ਸਭ ਦਾ ਧੰਨਵਾਦ ਜੀ। ਅੱਜ ਜਿਸ ਮੁੱਦੇ ਤੇ ਤੁਹਾਨੂੰ ਤਕਲੀਫ ਦਿੱਤੀ, ਤੁਸੀਂ ਸਾਰੇ ਭਲੀ ਭਾਂਤ ਜਾਣਦੇ ਹੋ ਕਿ ਜਿਹੜਾ ਸਿਆਸੀ ਬਦਲਾਖੋਰੀ ਦਾ ਮਾਹੌਲ, ਪੋਲੀਟੀਕਲ ਵੈਂਡੇਟਾ ਦਾ ਮਾਹੌਲ ਇਸ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ, ਸ਼੍ਰੋਮਣੀ ਅਕਾਲੀ ਦਲ ਦੇ ਵਰਕਰਸ ਦੇ ਖਿਲਾਫ ਚਲਾਇਆ, ਉਸ ਮਾਹੌਲ ਨੂੰ ਬਿਲਕੁਲ ਨੀਵੇਂ ਪੱਧਰ ਤੇ ਲਿਜਾ ਕੇ, ਮਿਆਰ ਤੋਂ ਗਿਰ ਕੇ ਇਸ ਸਰਕਾਰ ਨੇ ਜਿਸ ਤਰ੍ਹਾਂ ਬਿਲਕੁਲ ਝੂਠਾ, ਤੱਥਾਂ ਤੋਂ ਕੋਹਾਂ ਦੂਰ ਐਂਡ ਸਾਰੇ ਕਾਨੂੰਨ ਛਿੱਕੇ ਟੰਗ ਕੇ ਜਿਹੜੀ FIR ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਦਰਜ ਕੀਤੀ ਹੈ, ਅੱਜ ਮੈਂ ਉਹਦੇ 'ਚ ਕਈ ਪੱਖ ਤੁਹਾਡੇ ਰਾਹੀਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਣਾ ਚਾਹੁੰਦਾ। ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਇਸ ਗੱਲ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਡੇ ਨਾਲ ਇਸ ਗੱਲ ਤੇ ਸੋਲੀਡੈਰਿਟੀ, ਮੋਰਲ ਸਪੋਰਟ ਦਿੱਤੀ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਕੇਸ ਬਿਲਕੁਲ ਝੂਠੇ ਪਾਏ ਗਏ। ਤੁਸੀਂ ਸਭ ਤੋਂ ਵੱਡਾ ਮੀਡੀਅਮ ਹੋ ਜਿਹਦੇ ਰਾਹੀਂ ਲੋਕਾਂ ਤੱਕ ਗੱਲ ਪਹੁੰਚਦੀ ਹੈ, ਤੇ ਇਹੋ ਜੀ ਬੇਇਨਸਾਫੀ ਜਦੋਂ ਹੋਵੇ ਉਦੋਂ ਆਸ ਕੀਤੀ ਜਾਂਦੀ ਹੈ ਕਿ ਤੁਸੀਂ ਇਹ ਬੇਇਨਸਾਫੀ ਲੋਕਾਂ ਤੱਕ ਲੈ ਕੇ ਜਾਓਗੇ ਤਾਂ ਕਿ ਲੋਕ ਇਹਨਾਂ ਬੇਇਨਸਾਫੀਆਂ ਤੋਂ ਜਾਣੂ ਹੋ ਸਕਣ। ਇਹ ਕੇਸ ਜਿਹੜਾ ਤੁਸੀਂ ਸਾਰੇ ਜਾਣਦੇ ਹੋ, 2004 ਤੋਂ ਚੱਕਿਆ ਕੇਸ, 17 ਸਾਲ ਬਾਅਦ ਅੱਜ, ਉਹਨਾਂ 17 ਸਾਲਾਂ ਚੋਂ ਵੀ ਜਿਹਦੇ ਚੋਂ ਤਕਰੀਬਨ 8 ਸਾਲ ਤੋਂ ਉੱਪਰ ਕਾਂਗਰਸ ਦੀਆਂ ਸਰਕਾਰਾਂ ਰਹਿ ਗਈਆਂ, ਅੱਜ ਇਹਨਾਂ ਨੂੰ ਸਰਦਾਰ ਬਿਕਰਮ ਸਿੰਘ ਮਜੀਠੀਆ ਚੇਤੇ ਆ ਗਿਆ ਜਦੋਂ 10 ਦਿਨ ਇਲੈਕਸ਼ਨ ਦੇ ਵਿੱਚ ਰਹਿ ਗਏ। ਮੈਂ ਕਈ ਚੀਜ਼ਾਂ ਤੁਹਾਡੇ ਸਾਹਮਣੇ ਰੱਖਣੀਆਂ ਚਾਹੁੰਦਾ ਕਿਵੇਂ ਇਸ ਕੇਸ ਦੇ ਵਿੱਚ FIR ਰਜਿਸਟਰ ਕਰਾਉਣ ਵਾਸਤੇ the entire might of the state was used to target an individual and to frame an innocent person in this serious case. ਤੁਸੀਂ ਸਾਰੇ ਜਾਣਦੇ ਹੋ ਕਿ ਅਫਸਰਾਂ ਤੇ ਕਿਸ ਤਰ੍ਹਾਂ ਦਾ ਪ੍ਰੈਸ਼ਰ ਪਾਇਆ ਜਾ ਰਿਹਾ ਹੈ। ਦੋ DGP ਬਦਲੇ ਜਾਂਦੇ ਆ। ਜਦੋਂ ਰੈਗੂਲਰ DGP ਦੀ DPC 4 ਦਿਨ ਰਹਿੰਦੇ ਸੀ, ਅੱਧੀ ਰਾਤ ਨੂੰ DGP ਬਦਲ ਕੇ ਚਹੇਤਾ DGP ਨਵਜੋਤ ਸਿੰਘ ਸਿੱਧੂ ਦਾ ਲਾਇਆ ਜਾਂਦਾ ਤੇ ਕੁਇਡ ਪ੍ਰੋ ਕੋ ਕੀ ਹੁੰਦੀ ਹੈ ਕਿ ਵੀ ਵਿਲ ਬੈਕ ਯੂ, ਤੂੰ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਪਰਚਾ ਦਰਜ ਕਰ। ਤਿੰਨ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ, ਵਿਚ ਇਜ਼ ਦ ਮੋਸਟ ਸੈਂਸਿਟਿਵ ਪੋਸਟ, ਜਿਹੜਾ ਸਟੇਟ ਦੀ ਇਨਵੈਸਟੀਗੇਸ਼ਨ ਦਾ ਹੈਡ ਹੈ, ਜਿਹਨੂੰ ਕੋਰਟਾਂ ਨੇ ਵੀ ਕਿਹਾ ਕਿ ਇਹਨਾਂ ਨੂੰ ਫਿਕਸਡ ਟੈਨਿਓਰ ਦਿਓ 2-2 ਸਾਲਾਂ ਦਾ, ਤੇ ਚੰਨੀ ਸਾਹਿਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ 20 ਸਤੰਬਰ ਤੋਂ ਅੱਜ 20 ਦਸੰਬਰ ਆ ਗਏ ਆ ਆਪਾਂ, 3 ਮਹੀਨਿਆਂ ਦੇ ਵਿੱਚ 3 ਡਾਇਰੈਕਟਰ ਆਫ ਬਿਊਰੋ ਆਫ ਇਨਵੈਸਟੀਗੇਸ਼ਨ ਬਦਲੇ ਜਾਂਦੇ ਆ। ਪਹਿਲੇ ਅਰਪਿਤ ਸ਼ੁਕਲਾ ਜੀ 23 ਦਿਨਾਂ ਬਾਅਦ ਬਦਲ ਦਿੱਤੇ ਜਾਂਦੇ ਆ। ਵਰਿੰਦਰ ਕੁਮਾਰ ਜੀ ਤੇ 50 ਦਿਨ ਪ੍ਰੈਸ਼ਰ ਪਾਇਆ ਜਾਂਦਾ, ਜਦੋਂ ਉਹ ਨਹੀਂ ਮੰਨਦੇ ਉਹਨਾਂ ਨੂੰ ਬਦਲ ਦਿੱਤਾ ਜਾਂਦਾ, ਤੇ 9 ਦਿਨਾਂ ਬਾਅਦ ਅਸਥਾਨਾ ਸਾਹਿਬ ਛੁੱਟੀ ਚਲੇ ਜਾਂਦੇ ਆ। ਇਹਦਾ ਕਾਰਨ ਕੀ ਹੈ ਕਿ ਦੇ ਵਰ ਬੀਇੰਗ ਪ੍ਰੈਸ਼ਰਾਈਜ਼ਡ ਟੂ ਡੂ ਐਨ ਇਲੀਗਲ ਐਕਟ, ਤੇ ਜਦੋਂ ਉਹਨਾਂ ਨੇ ਜਵਾਬ ਦਿੱਤਾ ਤੇ ਸਰਕਾਰ ਨੇ ਬਦਲਤਾ। ਤੇ ਅਸਥਾਨਾ ਸਾਹਿਬ ਦੀ ਛੁੱਟੀ ਦੇ ਦੌਰਾਨ ਇੱਕ ਟੇਂਟਡ ਅਫਸਰ ਤੋਂ, ਜਿਸ ਅਫਸਰ ਦੇ ਖਿਲਾਫ 2 ਮੁਕੱਦਮੇ ਹਜੇ ਸੀਰੀਅਸ ਐਲੀਗੇਸ਼ਨਸ, ਸੀਰੀਅਸ ਚਾਰजेस ਦੇ, ਸੌਰੀ ਆਈ ਵੋਂਟ ਸੇ ਐਲੀਗੇਸ਼ਨਸ, ਸੀਰੀਅਸ ਚਾਰजेस ਦੇ ਮੋਹਾਲੀ ਦੇ ਥਾਣਿਆਂ 'ਚ ਚੱਲ ਰਿਹਾ। ਇੱਕ ਮਟੌਰ, ਇੱਕ ਫੇਜ਼ 1, ਗੌਤਮ ਚੀਮਾ IG, ਮੈਂ ਉਹਨਾਂ ਦੀ ਗੱਲ ਕਰ ਰਿਹਾ। ਫੇਜ਼ 1 ਦੇ ਵਿੱਚ ਤੇ ਮਟੌਰ ਥਾਣੇ ਦੇ ਵਿੱਚ 25, 27, 54, 59 ਆਰਮਜ਼ ਐਕਟ ਦਾ ਕੇਸ, 452 ਟ੍ਰੈਸਪਾਸਿੰਗ, ਕਿਸੇ ਦੇ ਘਰ ਦੇ ਵਿੱਚ ਵੜ ਕੇ ਉਹਨੂੰ ਹਾਰਮ ਕਰਨਾ, ਉਹਦਾ ਕੇਸ। ਜੋ ਧਾਰਾ ਮੈਨੂੰ ਲੱਗਦਾ CRPC ਦੇ ਵਿੱਚ ਹੈਗੀਆਂ 452, 23, 65, 42, 225, 186, 506, 120 ਬੰਦਾ ਸਾਰੀ ਕਿਤਾਬ ਲੱਗੀ ਵੀ ਹੈ। And both these FIRs stand today
That is why that officer has not been promoted. ਉਹਦੇ ਸਾਥੀ ਸਾਰੇ ADGP ਬਣੇ ਹੋਏ ਹੈ। ਗੌਤਮ ਚੀਮਾ ਇੱਕ ਕੇਸ CBI ਕੋਲੇ ਗਿਆ ਹੋਇਆ ਇਨਕੁਆਇਰੀ ਵਾਸਤੇ, ਇੱਕ ਸਟੇਟ ਪੁਲਿਸ ਇਨਕੁਆਇਰ ਕਰ ਰਹੀ ਹੈ। ਚੰਡੀਗੜ੍ਹ ਦੇ ਥਾਣੇ 'ਚ ਵੀ DDR ਉਹਨਾਂ ਦੇ ਪਰਿਵਾਰ ਦਾ ਕੋਈ ਇਸ਼ੂ ਹੈ, ਮੈਂ ਉਹਦੇ 'ਚ ਨਹੀਂ ਜਾਂਦਾ। ਇਹਨਾਂ ਵਾਂਗੂ ਗਿਰ ਕੇ ਰਾਜਨੀਤੀ ਨਹੀਂ ਕਰਨੀ ਅਸੀਂ ਕਿ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਉਹਨਾਂ ਤੇ ਕੀ DDR ਇੱਥੇ ਦਰਜ ਕਰਾਈ ਹੈ, ਜਾ ਕੇ ਚੰਡੀਗੜ੍ਹ ਚੈੱਕ ਕਰ ਲਓ। ਇਹੋ ਜਿਹੇ ਅਫਸਰਾਂ ਤੋਂ ਆਰਡਰ ਕਰਕੇ ਤੇ FIRਾਂ ਰਜਿਸਟਰ ਕਰਾਈਆਂ ਜਾਂਦੀਆਂ। ਪਹਿਲਾ ਕੇਸ ਹੋਇਆ ਹੋਊਗਾ ਜਿੱਥੇ DGP ਆ FIR ਮੇਰੇ ਕੋਲੇ ਹੈ। FIR ਤਾਂ 4 ਲਾਈਨਾਂ ਦੀ ਹੈ, ਬਾਕੀ ਤਾਂ ਉਹ ਹਰਪ੍ਰੀਤ ਸਿੰਘ ਸਿੱਧੂ ਦੀ ਰਿਪੋਰਟ ਹੀ ਨਾਲ ਲਾਈ ਹੈ, ਜਿਹਦੇ 'ਚ DGP ਸਾਹਿਬ ਨੇ ਕਲੀਅਰਲੀ ਲਿਖਿਆ that I direct you to register an FIR। ਮੈਨੂੰ ਕਿੰਨੀਆਂ FIRs ਤੁਸੀਂ ਦਿਖਾ ਦਿਓਗੇ ਜਿਹੜੀ DGP ਤੋਂ ਡਾਇਰੈਕਟ ਹੋ ਕੇ ਹੁੰਦੀਆਂ ਹੋਣ? FIRਾਂ ਥਾਣਿਆਂ 'ਚ ਹੁੰਦੀਆਂ, SHO ਤਫਤੀਸ਼ ਕਰਦਾ ਤੇ ਫਿਰ FIR ਹੁੰਦੀ ਆ। ਪਰ ਇਹ ਜਿਹੜਾ ਕੇਸ ਹੈ ਇੱਕ ਵੱਖਰੀ ਮਾਪਦੰਡ, ਇੱਕ ਵੱਖਰੇ ਤਰ੍ਹਾਂ ਦਾ ਕੇਸ ਇਸ ਸਰਕਾਰ ਨੇ ਬਣਾ ਕੇ ਰੱਖਤਾ। ਜਿਹੜੀ ਮੈਂ ਗੱਲ ਕਰ ਰਿਹਾ ਸੀ, 2 DGP ਬਦਲੇ ਗਏ, 3 ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਬਦਲੇ ਗਏ, ਸਾਰੇ SSPs ਤੇ ਪ੍ਰੈਸ਼ਰਾਈਜ਼ ਕੀਤਾ ਗਿਆ ਕਿ ਤੁਸੀਂ ਇਹ ਕੇਸ ਦਰਜ ਕਰੋ। SSPਆਂ ਨੇ ਲਿਖਤੀ ਜਵਾਬ ਦਿੱਤਾ ਇਸ ਸਰਕਾਰ ਨੂੰ। ਜਦੋਂ ਉਹ ਸਾਰਾ ਕੁਝ ਨਾ ਹੋਇਆ, ਸਾਰੀ ਸਟੇਟ ਦਾ ਮਾਈਟ ਯੂਜ਼ ਕਰਕੇ ਇਹਨਾਂ ਨੇ ਇੱਕ FIR ਦਰਜ ਕੀਤੀ। ਬਨੂੜ ਥਾਣੇ ਚੋਂ 56 ਨੰਬਰ FIR ਚੱਕ ਕੇ ਸ਼ਾਇਦ 2014 ਦੀ, ਤੇ ਫਿਰ ਉਸ ਥਾਣੇ 'ਚ ਕਿਉਂ ਨਾ ਦਰਜ ਕੀਤੀ ਹੈ ਦੁਬਾਰਾ FIR? ਮੇਰਾ ਸਵਾਲ ਹੈ ਸਰਕਾਰ ਨੂੰ, ਜਿਸ ਥਾਣੇ 'ਚ ਓਰੀਜਨਲ FIR ਹੈ ਫਿਰ ਉੱਥੇ FIR ਕਿਉਂ ਨਾ ਦਰਜ ਹੋਈ? ਇਹ ਜਵਾਬ ਪੰਜਾਬ ਦੇ ਲੋਕਾਂ ਨੂੰ ਦਿਓ। ਉਹ ਇਸ ਕਰਕੇ ਨਹੀਂ ਹੋਈ ਕਿ ਪਟਿਆਲਾ ਪੁਲਿਸ ਨੇ ਜਵਾਬ ਦੇਤਾ ਕਿ ਅਸੀਂ ਇਲੀਗਲ ਐਕਟ ਨਹੀਂ ਕਰਾਂਗੇ। ਲਿਖਤੀ ਜਵਾਬ SSP ਪਟਿਆਲਾ ਨੇ ਸਰਕਾਰ ਨੂੰ ਦਿੱਤਾ ਹੈ। ਲਿਆ ਕੇ ਮੋਹਾਲੀ ਇੱਕ ਕਮਰੇ 'ਚ ਜਿੱਥੇ ਕੰਪਿਊਟਰ ਰੱਖਿਆ, ਇਹਨਾਂ ਨੇ ਸਟੇਟ ਕ੍ਰਾਈਮ ਸੈੱਲ ਉਹਨੂੰ ਕਹਿੰਦੇ ਆ। 2 FIRਾਂ ਹੋਈਆਂ ਸਾਰੇ ਸਾਲ 'ਚ, ਇਹੋ ਜਿਹਾ ਉਹ ਥਾਣਾ ਹੋਣਾ। ਪੰਜਾਬ ਦੇ ਲੋਕ ਜਾਣਦੇ ਆ, ਹਰ ਥਾਣੇ 'ਚ ਜਾ ਕੇ ਵੇਖ ਲਓ ਦਿਹਾੜੀ ਦੀਆਂ ਕਿੰਨੀਆਂ ਕਿੰਨੀਆਂ FIRਾਂ ਹੁੰਦੀਆਂ। ਇੱਕ ਇਹੋ ਜਿਹਾ ਥਾਣਾ ਹੋਣਾ ਜਿਹਦੇ 'ਚ 2 FIRਾਂ ਸਾਲ 'ਚ ਹੋਈਆਂ। ਉੱਥੇ ਲਿਆ ਕੇ ਇੱਕ FIR ਰਾਤ ਦੇ ਹਨੇਰੇ 'ਚ ਦਰਜ ਕੀਤੀ ਜਾਂਦੀ ਹੈ। ਸਾਰੀ ਦਿਹਾੜੀ FIR ਦੀ ਕਾਪੀ ਨਹੀਂ ਦਿੱਤੀ ਜਾਂਦੀ ਜਿਹੜੀ ਲੀਗਲ ਰਾਈਟ ਹੈ, ਇਲਾਕਾ ਮੈਜਿਸਟ੍ਰੇਟ ਨੂੰ ਨਹੀਂ ਭੇਜੀ ਜਾਂਦੀ। ਇਹੋ ਜਿਹੇ ਕੰਮ ਇਹ ਸਰਕਾਰ ਕਰ ਰਹੀ ਹੈ। ਅੱਧੀ ਰਾਤ ਨੂੰ DGP ਬਦਲੇ ਜਾਂਦੇ ਆ, ਅੱਧੀ ਰਾਤ ਨੂੰ FIRਾਂ ਕੀਤੀਆਂ ਜਾਂਦੀਆਂ ਤੇ ਇਹ ਹਾਲਾਤ ਬਣਾਏ ਜਾਂਦੇ ਆ। ਤੇ ਜਿਹੜੇ ਤੱਥ FIR ਦੇ ਵਿੱਚ ਮੈਂ ਤੁਹਾਡੇ ਸਾਹਮਣੇ ਰੱਖਣੇ ਚਾਹੁੰਦਾ, FIR ਰਜਿਸਟਰ ਹੋਈ ਹੈ ਹਰਪ੍ਰੀਤ ਸਿੰਘ ਸਿੱਧੂ ਦੇ ਰਿਪੋਰਟ ਦੇ ਬੇਸ ਤੇ। ਹੁਣ ਇਹ ਹਰਪ੍ਰੀਤ ਸਿੰਘ ਸਿੱਧੂ ਕੌਣ ਹੈ? ਸ਼ਾਇਦ ਤੁਹਾਡੇ ਚੋਂ ਕੁਝ ਜਾਣਦੇ ਹੋਣ, ਬਹੁਤੇ ਨਾ ਜਾਣਦੇ ਹੋਣ। ਹਰਪ੍ਰੀਤ ਸਿੰਘ ਸਿੱਧੂ ਨੇ ਦੀ ਜਿਹੜੀ ਰਿਪੋਰਟ ਇਸ FIR 'ਚ ਲੱਗੀ ਹੈ, ਇਹ 15 ਪੇਜ ਤੇ FIR ਦੇ ਵਿੱਚ ਉਹਨਾਂ ਨੇ ਆਪ ਲਿਖਿਆ ਕਿ ਮੇਰੀ ਮਜੀਠੀਆ ਪਰਿਵਾਰ ਨਾਲ ਕਰੀਬੀ ਰਿਸ਼ਤੇਦਾਰੀ ਹੈ, ਪਰ ਸਾਡੇ ਫੈਮਿਲੀ ਡਿਫਰੈਂਸਿਸ ਇੰਨੇ ਹੈ ਕਿ ਅਸੀਂ ਪਿਛਲੇ 15 ਸਾਲਾਂ ਤੋਂ ਸਾਡੀ ਬੋਲਚਾਲ ਵੀ ਹੈ ਨਹੀਂ। ਇਹ 15 ਨੰਬਰ ਪੇਜ ਤੇ ਹੈ ਇਸ FIR ਦੇ, ਤੁਸੀਂ ਆ ਦੇਖ ਸਕਦੇ ਹੋ। ਮੈਂ ਹਾਈਲਾਈਟ ਕੀਤੀ ਹੈ, ਜੇ ਕਿਸੇ ਨੂੰ ਚਾਹੀਦੀ ਹੋਵੇ ਮੈਂ ਪੋਰਸ਼ਨ ਵੀ ਦੇ ਦੂੰਗਾ। ਆ ਸੀ ਆ ਉਹਨੇ ਲਿਖਿਆ ਹਰਪ੍ਰੀਤ ਸਿੰਘ ਸਿੱਧੂ ਨੇ ਆਪਦੀ ਰਿਪੋਰਟ 'ਚ ਕਿ 15 ਸਾਲ 14 ਸਾਲ ਹੋ ਗਏ ਮਜੀਠੀਆ ਪਰਿਵਾਰ ਨਾਲ ਮੇਰੀ ਬੋਲਚਾਲ ਨਹੀਂ ਆ, ਪਰ ਸਾਡੀ ਬੜੀ ਕਰੀਬੀ ਰਿਸ਼ਤੇਦਾਰੀ ਹੈ। ਕੀ ਉਹਦਾ ਹੱਕ ਬਣਦਾ ਸੀ ਇਨਕੁਆਇਰੀ ਕਰਦਾ ਫਿਰ ਇਹਨਾਂ ਦੀ? ਕੀ ਸਰਕਾਰ ਦਾ ਹੱਕ ਬਣਦਾ ਸੀ ਕਿ ਉਸ ਅਫਸਰ ਤੋਂ ਇਨਕੁਆਇਰੀ ਕਰਾਉਂਦੇ? ਪਰ ਗਲਤ ਕੰਮ ਕਰਾਉਣਾ ਸੀ, ਇਸ ਕਰਕੇ ਉਹਦੇ ਤੋਂ ਕਰਾਇਆ ਗਿਆ। ਕੋਈ ਫਰੈਸ਼ ਐਵੀਡੈਂਸ ਨਹੀਂ ਉਹਨੇ ਰਿਕਾਰਡ ਕੀਤਾ, ਕੋਈ ਇਨਕੁਆਇਰੀ ਨਹੀਂ ਕੀਤੀ, ਕੋਈ ਇਨਵੈਸਟੀਗੇਸ਼ਨ ਨਹੀਂ ਕੀਤੀ। ਇਹ ਮੈਟਰ ਆਫ ਰਿਕਾਰਡ ਹੈ, ਮੈਂ ਨਹੀਂ ਬੋਲ ਰਿਹਾ, ਇਹ ਉਹਦੀ ਆਪਦੀ ਰਿਪੋਰਟ ਹੈ ਕਿ ਮੈਂ ਕੋਈ ਇਨਵੈਸਟੀਗੇਸ਼ਨ ਜਾਂ ਇਨਕੁਆਇਰੀ ਨਹੀਂ ਕੀਤੀ। ਮੇਰੀ ਰਿਪੋਰਟ ਸਿਰਫ ਮੇਰਾ ਓਪੀਨੀਅਨ ਹੈ ਬੇਸਡ ਔਨ ED ਡਾਕੂਮੈਂਟਸ। ਤੇ ED ਦੇ ਡਾਕੂਮੈਂਟਸ ਦੇ ਵਿੱਚ ਕੁਝ ਹੁੰਦਾ ਤਾਂ ED ਖੁਦ ਚਲਾਨ ਪੇਸ਼ ਕਰ ਦਿੰਦੀ। ED ਨੇ ਤਾਂ ਚਲਾਨ ਪੇਸ਼ ਨਹੀਂ ਕੀਤਾ ਇਹਨਾਂ ਦੇ ਖਿਲਾਫ ਕੋਈ ਵੀ। So no investigation, no inquiry, but a personal opinion of a person who has strained relationship with their family, ਉਹਦੇ opinion ਤੇ ਇੱਕ FIR ਦਰਜ ਕਰ ਦਿੱਤੀ ਜਾਂਦੀ ਹੈ। ਇਹ ਨਵਾਂ ਇੱਕ ਮੀਲ ਪੱਥਰ ਸਰਕਾਰ ਨੇ ਸਾਬਤ ਕੀਤਾ। ਸੋ ਉਸ ਤੋਂ ਬਾਅਦ ਜਦੋਂ ਇਹਨਾਂ ਨੇ FIR ਰਜਿਸਟਰ ਕਰਤੀ, ਐਂਡ ਇੱਕ ਚੀਜ਼ ਤੁਹਾਨੂੰ ਹੋਰ ਮੈਂ ਧਿਆਨ 'ਚ ਲਿਆਉਣੀ ਚਾਹੁੰਦਾ ਤੁਹਾਡੇ ਰਾਹੀਂ ਪੰਜਾਬ ਦੇ ਲੋਕਾਂ ਨੂੰ, ਕਿ ਇਸ FIR ਦੇ ਵਿੱਚ ਟਰਾਇਲ ਕਨਕਲੂਡ ਹੋਏ ਨੂੰ 3 ਸਾਲ ਹੋ ਗਏ।
जनवरी 2019 ਦੇ ਵਿੱਚ ਇਸ FIR ਦੀ ਟਰਾਇਲ ਸਪੈਸ਼ਲ ਕੋਰਟ CBI ਕੋਰਟ ਮੋਹਾਲੀ ਚ ਕੰਕਲੂਡ ਹੋ ਗਈ। ਜਿਹੜੇ ਬਰੀ ਹੋਣੇ ਸੀ ਬਰੀ ਹੋ ਗਏ, ਜਿਹੜੇ ਸਜ਼ਾ ਹੋਣੇ ਸੀ ਸਜ਼ਾ ਹੋ ਗਏ। ਨਾ ਕੋਈ ਸਮਨ, ਨਾ ਕੋਈ ਬਿਆਨ, ਨਾ ਕੋਈ ਨਾਂ ਕਿਤੇ ਵੀ ਟਰਾਇਲ ਦੇ ਦੌਰਾਨ ਜਾਂ ਜੱਜਮੈਂਟ ਦੇ ਦੌਰਾਨ ਬਿਕਰਮ ਸਿੰਘ ਮਜੀਠੀਆ ਦਾ ਨਹੀਂ ਆਇਆ। ਜਦੋਂ ਟਰਾਇਲ ਕੰਕਲੂਡ ਹੋ ਗਿਆ, ਜੱਜਮੈਂਟ ਆ ਗਈ, ਉਸ ਤੋਂ ਬਾਅਦ ਜੇ ਇਨਕੁਆਇਰੀ ਕਰਨੀ ਹੈ, ਕਾਨੂੰਨ ਇਹ ਕਹਿੰਦਾ ਹੈ ਕਿ ਜਿਸ ਅਦਾਲਤ 'ਚ ਟਰਾਇਲ ਆਲਰੇਡੀ ਹੋ ਚੁੱਕਿਆ ਹੋਵੇ, ਉਸ ਤੋਂ ਉੱਪਰਲੀ ਅਦਾਲਤ ਦੀ ਪਰਮਿਸ਼ਨ ਲੈ ਕੇ ਤੁਹਾਨੂੰ ਫੇਰ ਉਸ ਕੇਸ ਨੂੰ ਇਨਵੈਸਟੀਗੇਟ ਕਰ ਸਕਦੇ ਹੋ। ਸੋ ਇਨ ਦਿਸ ਕੇਸ ਹਾਈ ਕੋਰਟ ਤੋਂ ਪਰਮਿਸ਼ਨ ਲੈਣੀ ਪੈਣੀ ਸੀ। ਸਾਰੇ ਅਫਸਰਾਂ ਨੇ ਵੀ ਇਹਨਾਂ ਨੂੰ ਜਦੋਂ ਜਵਾਬ ਦਿੱਤਾ ਹੈ ਲਿਖ ਕੇ ਭੇਜਿਆ, ਪਰ ਪਹਿਲੀ ਵਾਰੀ ਹਿੰਦੁਸਤਾਨ ਦੇ ਇਤਿਹਾਸ 'ਚ ਫਰਸਟ ਇੰਸਟੈਂਸ ਇਨ ਦ ਹਿਸਟਰੀ ਆਫ ਦਿਸ ਕੰਟਰੀ ਜਿੱਥੇ ਟਰਾਇਲ ਕੰਕਲੂਡ ਸੈਸ਼ਨ ਕੋਰਟ 'ਚ ਹੋਇਆ ਹੋਵੇ ਤੇ ਬਿਨਾਂ ਕਿਸੇ ਕੋਰਟ ਦੀ ਪਰਮਿਸ਼ਨ ਤੋਂ ਰੀਇਨਵੈਸਟੀਗੇਸ਼ਨ ਵਾਸਤੇ FIR ਦਰਜ ਕੀਤੀ ਜਾਵੇ, ਇਹ ਪਹਿਲੀ ਵਾਰ ਹਿੰਦੁਸਤਾਨ ਦੇ ਇਤਿਹਾਸ 'ਚ ਕਿਸੇ ਕੇਸ ਦੇ ਵਿੱਚ ਵੀ ਹੋਇਆ। ਮੈਂ ਚੈਲੰਜ ਕਰਦਾ, ਮੈਨੂੰ ਕੋਈ ਕੇਸ ਦਿਖਾ ਦਿਓ ਜਿੱਥੇ ਹਾਇਰ ਕੋਰਟ ਦੀ ਪਰਮਿਸ਼ਨ ਬਿਨਾਂ ਦੁਬਾਰਾ ਇਨਵੈਸਟੀਗੇਸ਼ਨ ਹੋਈ ਹੋਵੇ। ਇਹ ਨਵੇਂ ਕਾਨੂੰਨ, ਨਵੀਆਂ ਪਿਰਤਾਂ ਇਸ ਸਰਕਾਰ ਨੇ ਪਾਈਆਂ ਤੇ ਮੈਂ ਇਹ ਜ਼ਰੂਰ ਇੱਥੇ ਕਹਿਣਾ ਚਾਹੂੰਗਾ, ਕਹਿਣਾ ਨਹੀਂ ਚਾਹੁੰਦਾ ਸੀ, ਪਰ ਇਹ ਕੰਡੇ ਜਿਹੜੇ ਬੀਜੇ ਆ ਇਹਨਾਂ ਨੂੰ ਚੁਗਣੇ ਪੈਣੇ ਆ। ਇਹ ਦਿਨ ਬਦਲਨੇ ਆ। ਅਫਸਰ ਵੀ ਇੱਥੇ ਦੋ ਤਰ੍ਹਾਂ ਦੇ ਹੋਏ ਆ। ਇੱਕ ਅਫਸਰ ਜਿਨ੍ਹਾਂ ਨੇ ਆਪਦੀ ਵਰਦੀ ਦਾ ਮਾਣ ਰੱਖਿਆ, ਜਿਸ ਕਨਸਟੀਟਿਊਸ਼ਨ ਦੀ ਸਹੁੰ ਖਾਦੀ, ਉਸ ਕਨਸਟੀਟਿਊਸ਼ਨ ਤੇ ਪਹਿਰਾ ਦਿੱਤਾ, ਹਿੱਕ ਠੋਕ ਕੇ ਗਲਤ ਕੰਮ ਕਰਨ ਤੋਂ ਜਵਾਬ ਦਿੱਤਾ। ਦੂਜੇ ਅਫਸਰ ਜਿਹੜੇ ਸਰਕਾਰ ਦੇ ਸਾਹਮਣੇ ਲੰਮੇ ਪੈ ਗਏ। ਨਾ ਤਾਂ ਜਿਨ੍ਹਾਂ ਨੇ ਕਾਨੂੰਨ ਦੀ ਰੱਖਿਆ ਕੀਤੀ ਉਹਨਾਂ ਨੂੰ ਭੁੱਲਿਆ ਜਾਊਗਾ, ਨਾ ਜਿਹੜੇ ਲੰਮੇ ਪਏ ਉਹਨਾਂ ਨੂੰ ਭੁੱਲਿਆ ਜਾਊਗਾ। ਕਾਨੂੰਨ ਸਭ ਵਾਸਤੇ ਬਰਾਬਰ ਹੈ। If an officer in uniform commits an illegal act, he is also liable to be punished. ਕਾਨੂੰਨ ਦੇ ਦਾਇਰੇ 'ਚ ਸਾਰੇ ਆਉਣਗੇ। ਸੋ ਜਿਹੜੀ ਮੈਂ ਗੱਲ ਕਰ ਰਿਹਾ ਸੀ, ਹੁਣ ਹਰਪ੍ਰੀਤ ਸਿੰਘ ਸਿੱਧੂ ਦੀ ਰਿਪੋਰਟ, ਇੱਕ ਤੱਥ ਹੋਰ ਤੁਹਾਡੇ ਸਾਹਮਣੇ ਬੜਾ ਇੰਪੋਰਟੈਂਟ ਰੱਖਣਾ ਚਾਹੁੰਦਾ। ਹਰਪ੍ਰੀਤ ਸਿੰਘ ਸਿੱਧੂ ਦੀ ਰਿਪੋਰਟ ਇਹਨਾਂ ਨੇ ਉਹਦੇ 'ਚ FIR 'ਚ ਕੋਟ ਕਰਤੀ, ਪਰ ਬੜੀ ਕਨਵੀਨੀਐਂਟਲੀ, ਬੜੀ ਚਲਾਕੀ ਨਾਲ ਲੋਕਾਂ ਤੋਂ ਇੱਕ ਬਹੁਤ ਵੱਡਾ ਤੱਥ, ਇੱਕ ਬਹੁਤ ਵੱਡਾ ਫੈਕਟ ਇਹਨਾਂ ਨੇ ਲੁਕੋ ਕੇ ਰੱਖਿਆ। ਉਹ ਫੈਕਟ ਕੀ ਹੈ? ਜਦੋਂ ਹਰਪ੍ਰੀਤ ਸਿੰਘ ਸਿੱਧੂ ਦੀ ਰਿਪੋਰਟ ਹਾਈ ਕੋਰਟ 'ਚ ਗਈ, ਹਾਈ ਕੋਰਟ ਨੇ ਸਰਕਾਰ ਨੂੰ ਆਖਿਆ ਕਿ ਇੱਕ ਉੱਚ ਪੱਧਰੀ ਕਮੇਟੀ ਬਣਾਓ ਜਿਹੜੀ ਇਸ ਰਿਪੋਰਟ ਨੂੰ ਪੜ੍ਹ ਕੇ, ਘੋਖ ਕੇ ਤੇ ਆਪਦੇ ਕਮੈਂਟਸ ਦੇਵੇ ਇਹਦੇ ਤੇ। ਸਰਕਾਰ ਨੇ ਹਾਈ ਕੋਰਟ ਦੇ ਆਰਡਰ ਤੇ ਐਡੀਸ਼ਨਲ ਚੀਫ ਸੈਕਟਰੀ ਹੋਮ ਤੇ DGP ਦੀ ਇੱਕ ਕਮੇਟੀ ਬਣਾਈ, ਜਿਨ੍ਹਾਂ ਨੇ ਇਹ ਰਿਪੋਰਟ ਪੜ੍ਹ ਕੇ ਹਾਈ ਕੋਰਟ ਦੇ ਵਿੱਚ ਆਪਦੀ ਰਿਪੋਰਟ ਸਬਮਿਟ ਕੀਤੀ। ਉਹ ਰਿਪੋਰਟ ਕਿੱਥੇ ਹੈ? ਮੈਂ ਸਰਕਾਰ ਨੂੰ ਪੁੱਛਣੀ ਚਾਹਣਾ। ਉਹ ਰਿਪੋਰਟ FIR ਦੇ ਵਿੱਚ ਕਿਉਂ ਨਹੀਂ ਲਾਈ? ਉਹ ਰਿਪੋਰਟ ਲੋਕਾਂ ਦੇ ਸਾਹਮਣੇ ਕਿਉਂ ਨਹੀਂ ਰੱਖੀ ਇਹਨਾਂ ਨੇ? ਕਿਉਂ ਸਿਰਫ ਇੱਕ ਐਸੇ ਅਫਸਰ ਦੀ ਜਿਹਦੀ ਨਿੱਜੀ ਰੰਜਿਸ਼ ਇਸ ਪਰਿਵਾਰ ਨਾਲ ਹੈ, ਉਹਦੀ ਰਿਪੋਰਟ ਤੇ ਪਰਚਾ ਦਰਜ ਕੀਤਾ ਜਾਂਦਾ? ਉਸ ਤੋਂ ਇਲਾਵਾ ਹਾਈ ਕੋਰਟ ਨੇ ਇੱਕ ਖੁਦ ਆਰਡਰ ਕਰਕੇ ਔਨ ਇਟਸ ਓਨ 3 IGs ਦੀ ਇੱਕ ਸਿੱਟ ਬਣਾਈ। ਤਿੰਨੋਂ IG ਪੰਜਾਬ ਤੋਂ ਬਾਹਰਲੇ ਈਸ਼ਵਰ ਸਿੰਘ, ਵੀ ਨੀਰਜਾ ਤੇ ਨਾਗੇਸ਼ਵਰ ਰਾਓ, ਤਿੰਨੋਂ IGs ਦੀ ਇੱਕ ਸਿੱਟ ਬਣਾਈ ਤੇ ਕੋਰਟ ਨੇ ਖੁਦ ਮੋਨੀਟਰ ਕੀਤਾ ਤੇ ਉਹਨਾਂ ਨੂੰ ਆਰਡਰ ਕੀ ਕੀਤਾ, ਮੈਂ ਕੋਟ ਕਰ ਰਿਹਾ, ਇਹ ਬੜਾ ਇੰਪੋਰਟੈਂਟ ਆਰਡਰ ਹੈ। ਕਿੰਨੀ ਵਾਈਡ ਰੇਂਜਿੰਗ ਪਾਵਰ ਉਸ ਸਿੱਟ ਨੂੰ ਹਾਈ ਕੋਰਟ ਨੇ ਦਿੱਤੀ। ਹਾਈ ਕੋਰਟ ਨੇ ਕਿਹਾ ਐਂਡ ਡਾਇਰੈਕਟਡ ਦ ਸਿੱਟ ਟੂ ਰੀਵਿਜ਼ਿਟ all cases, revisit all cases, ਸਾਰੇ ਕੇਸ ਦੁਬਾਰਾ ਇੱਕ ਵਾਰੀ ਘੋਖੋ, record findings, recommending exoneration wherever necessary and making persons accused who were deliberately left out। ਕਹਿੰਦੇ ਸਾਰੇ ਕੇਸ ਰੀਵਿਜ਼ਿਟ ਕਰੋ, ਫਾਈਂਡਿੰਗਸ ਨਵੀਆਂ ਰਿਕਾਰਡ ਕਰੋ, ਜਿਹੜੇ ਬੰਦੇ ਗਲਤ ਛੱਡੇ ਗਏ ਆ ਵਿੱਚ ਪਾਓ, ਜਿਹੜੇ ਫਸਾਏ ਗਏ ਉਹਨਾਂ ਨੂੰ ਬਾਹਰ ਕੱਢੋ। ਇੰਨੀ ਪਾਵਰ ਹਾਈ ਕੋਰਟ ਨੇ ਉਹਨਾਂ ਨੂੰ ਦਿੱਤੀ। ਉਸ ਸਿੱਟ ਨੇ ਸਾਰੇ ਕੇਸ ਰੀਇਨਵੈਸਟੀਗੇਟ ਤੇ ਫਰਦਰ ਇਨਵੈਸਟੀਗੇਟ ਕੀਤੇ ਐਂਡ ਆਲ ਕੇਸਿਸ, ਜਿਹਦੇ ਚ ਆਹ ਕੇਸ ਵੀ, ਪ੍ਰੈਜ਼ੈਂਟ ਕੇਸ ਵੀ ਆਉਂਦਾ 56 ਨੰਬਰ FIR, ਇਹਨੂੰ ਵੀ ਇਨਵੈਸਟੀਗੇਟ ਕੀਤਾ, ਰੀਇਨਵੈਸਟੀਗੇਟ ਕੀਤਾ ਤੇ 10
ਸਪਲੀਮੈਂਟਰੀ ਚਲਾਨ ਪੇਸ਼ ਕੀਤੇ ਉਹਨਾਂ ਨੇ ਇਹਨਾਂ ਕੇਸਾਂ 'ਚ। 10 ਸਪਲੀਮੈਂਟਰੀ ਚਲਾਨ, ਇੱਕ ਨਹੀਂ ਅੱਧਾ ਨਹੀਂ, 10 ਸਪਲੀਮੈਂਟਰੀ ਚਲਾਨ ਪੇਸ਼ ਕੀਤੇ ਤੇ ਫਾਈਨਲ ਰਿਪੋਰਟ ਵੀ ਹਾਈ ਕੋਰਟ ਨੂੰ ਸਬਮਿਟ ਕੀਤੀ। ਉਹਨਾਂ 'ਚ ਤਾਂ ਕਿਤੇ ਬਿਕਰਮ ਸਿੰਘ ਮਜੀਠੀਆ ਨਹੀਂ ਆਇਆ ਉਹ 3 ਆਈਜੀਆਂ ਦੀ ਰਿਪੋਰਟ 'ਚ। ਉਹ ਸਰਕਾਰ ਕਿਉਂ ਲੁਕੋਈ ਬੈਠੀ ਆ? ਉਹ ਕਿਉਂ ਨਹੀਂ ਲੋਕਾਂ ਦੇ ਸਾਹਮਣੇ ਰੱਖਦੀ? ਜਿਹੜੀ ਉਹ 2 ਅਫਸਰਾਂ ਦੀ ਕਮੇਟੀ ਦੀ ਰਿਪੋਰਟ ਹੈ ਉਹ ਸੁਪਰਸੀਡ ਕਰਦੀ ਹੈ ਹਰਪ੍ਰੀਤ ਸਿੱਧੂ ਦੀ ਰਿਪੋਰਟ ਨੂੰ, ਕਿਉਂਕਿ ਉਦੋਂ ਸੀਨੀਅਰ ਹੈ, ਸੀਨੀਅਰ ਮੋਸਟ ਆਫਿਸਰਸ ਹੈ। ਇਹ 3 ਆਈਜੀਆਂ ਦੀ ਰਿਪੋਰਟ ਹਾਈ ਕੋਰਟ ਨੇ ਬਣਾਈ ਹੈ ਸਿੱਟ, ਉਹ ਰਿਪੋਰਟ ਕਿੱਥੇ ਹੈ? ਇਹ ਸਾਰੇ ਤੱਥ ਕਿਉਂ ਲੋਕਾਂ ਤੋਂ ਲੁਕੋਏ ਜਾ ਰਹੇ ਹੈ? ਵਾਈ ਪਿਕ ਐਂਡ ਚੂਜ਼? ਜਿਹੜੇ ਫੈਕਟਸ ਇਹਨਾਂ ਨੂੰ ਸੂਟ ਨਹੀਂ ਕਰਦੇ ਉਹਨਾਂ ਨੂੰ ਕੰਸੀਲ ਕਿਉਂ ਕੀਤਾ ਜਾ ਰਿਹਾ ਹੈ? ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣਾ ਚਾਹੁੰਦੇ ਆ। ਲੋਕ ਮੂਰਖ ਨਹੀਂ ਹੈ, ਲੋਕ ਸਾਰੀ ਗੱਲ ਸਮਝਦੇ ਆ। ਹੁਣ ਇਹ ਵੀ ਪਹਿਲੀ ਵਾਰ ਹਿੰਦੁਸਤਾਨ 'ਚ ਸ਼ਾਇਦ ਹੋ ਰਿਹਾ ਹੋਊਗਾ ਕਿ ਜਿਹੜੀਆਂ FIRਾਂ 3 ਆਈਜੀਆਂ ਦੀ SIT ਨੇ ਇਨਵੈਸਟੀਗੇਟ ਕਰਕੇ ਚਲਾਨ ਪੇਸ਼ ਕਰਤੇ ਹੋਣ, ਉਹਨਾਂ FIRਾਂ ਨੂੰ ਥਾਣੇਦਾਰ ਤੇ DSP ਇਨਵੈਸਟੀਗੇਟ ਕਰ ਰਹੇ। ਇਹ ਵੀ ਪਹਿਲੀ ਵਾਰੀ ਹੋਇਆ। ਆ ਸਿੱਟ ਬਣਾਈ ਹੈ ਇਹਨਾਂ ਨੇ ਇੱਕ, ਪਤਾ ਨਹੀਂ DSP ਥੱਲੇ ਕਿ SP ਥੱਲੇ। ਜਿਹੜੀ FIR 3 ਆਈਜੀਆਂ ਨੇ ਰੀ ਇਨਵੈਸਟੀਗੇਟ ਕਰਤੀ ਹਾਈ ਕੋਰਟ ਦੀ ਮੋਨੀਟਰ ਦੇ ਥੱਲੇ, ਹਾਈ ਕੋਰਟ ਦੀ ਦੇਖਰੇਖ ਦੇ ਥੱਲੇ, ਅੱਜ ਉਹ FIRਾਂ SP ਤੇ DSP ਰੀ ਇਨਵੈਸਟੀਗੇਟ ਕਰਨਗੇ। ਯਾਰ ਇਹ ਕਾਨੂੰਨ ਇੱਥੇ ਕੋਈ ਹੈ? ਕਾਨੂੰਨ ਨਾਂ ਦੀ ਕੋਈ ਚੀਜ਼, ਕਾਨੂੰਨ ਨਾਂ ਦੀ ਕੋਈ ਚੀਜ਼ ਹੀ ਨਹੀਂ ਇਹਨਾਂ ਨੇ ਰੱਖੀ। ਫਿਰ ਆਈਜੀਆਂ ਤੋਂ ਵੱਡੀ ਹੋ ਗਈ ਇਹ ਸਿੱਟ? ਕੀ ਇਹ ਜਾਂ ਫਿਰ ਇਹ ਕਹਿਣ ਕਿ ਉਹ 3 ਆਈਜੀਆਂ ਨੇ ਹਾਈ ਕੋਰਟ ਨੂੰ ਗੁੰਮਰਾਹ ਕੀਤਾ, ਦੇਣ ਪਰਚਾ 3 ਆਈਜੀਜ਼ ਤੇ? ਜੇ ਨਹੀਂ ਫਿਰ ਉਹ ਰਿਪੋਰਟ ਲੋਕਾਂ ਦੇ ਸਾਹਮਣੇ ਰੱਖਣ ਤੇ ਦੱਸਣ ਉਹਦੇ 'ਚ ਬਿਕਰਮ ਸਿੰਘ ਮਜੀਠੀਆ ਦਾ ਨਾਂ ਹੈ ਕਿ ਨਹੀਂ ਹੈ। ਇਹ ਸਰਕਾਰ ਨੇ ਇੰਨੇ ਨੀਵੇਂ ਪੱਧਰ ਦੀ ਰਾਜਨੀਤੀ 'ਚ ਗਈ। ਅੱਜ ਸ਼ਰਮ ਆਉਂਦੀ ਹੈ ਸਾਨੂੰ ਵੀ ਇਸ ਗੱਲ ਨੂੰ ਕਹਿੰਦਿਆਂ। ਰਾਜਨੀਤੀ ਹੁੰਦੀ ਹੈ, ਕੋਈ ਪਾਲਿਸੀਜ਼ ਤੇ ਹੁੰਦੀ ਹੈ, ਕੋਈ ਪ੍ਰਿੰਸੀਪਲਸ ਤੇ ਹੁੰਦੀ ਹੈ, ਤੇ ਇਹ ਇਸ ਹੱਦ ਤੱਕ ਗਿਰ ਜਾਣਾ ਯਾਰ ਇਹਨਾਂ ਨੇ। 10 ਦਿਨ ਦੀ ਸਰਕਾਰ ਹੈ, ਮੈਂ ਤਾਂ ਅਫਸਰਾਂ ਨੂੰ ਵੀ ਕਹਿੰਦਾ 10 ਦਿਨ ਦੀ ਸਰਕਾਰ ਹੈ, ਫੇਰ ਇਹ ਕਿੱਥੇ ਜਾਣਾ ਇਹਨਾਂ ਨੇ? ਇਹੀ ਚੁਗਣੇ ਪੈਣੇ ਆ ਜਿਹੜੇ ਬੀਜੇ ਆ ਇਹਨਾਂ ਨੇ। ਇੱਕ ਗੱਲ ਮੈਂ ਹੋਰ ਤੁਹਾਡੇ ਕੋਲੇ ਜ਼ਰੂਰ ਰੱਖਣੀ ਚਾਹੂੰਗਾ ਕਿ ਜਿਹੜੇ ਅਫਸਰ ਜਿਨ੍ਹਾਂ ਨੇ ਕਾਂਡ ਕੀਤਾ ਦੋਵਾਂ ਨੇ, ਜਿਹੜੇ ਮੇਨਲੀ ਰਿਸਪੌਂਸਿਬਲ ਹੈ, ਇੱਕ ਤਾਂ DGP ਸਾਹਿਬ ਚਟੋਪਾਧਿਆ ਸਾਹਿਬ। ਚਟੋਪਾਧਿਆ ਸਾਹਿਬ ਨੂੰ UPSC ਨੇ ਫਿੱਟ ਨਹੀਂ ਪਾਇਆ ਸੀ ਕਿ ਰੈਗੂਲਰ DGP ਦੇ ਪੈਨਲਸ ਦੇ ਵਿੱਚ ਇਹਨਾਂ ਦਾ ਨਾਂ ਪਾਇਆ ਜਾਵੇ। UPSC ਦੇ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਗਏ, ਸੁਪਰੀਮ ਕੋਰਟ ਨੇ ਵੀ UPSC ਦਾ ਫੈਸਲਾ ਅਪਹੋਲਡ ਕੀਤਾ, ਰੈਗੂਲਰ DGP ਦੇ ਪੈਨਲ 'ਚ ਨਹੀਂ ਪਾਇਆ। ਤੇ ਇਸ ਸਰਕਾਰ ਨੇ ਅੱਧੀ ਰਾਤ ਨੂੰ, ਰਾਤ ਦੇ ਹਨੇਰੇ 'ਚ, 4 ਦਿਨ ਜਦੋਂ ਰਹਿੰਦੇ ਸੀ ਨਵਾਂ DGP ਦੀ DPC ਹੋਣ 'ਚ, 21 ਤਰੀਕ ਨੂੰ DPC ਹੋਣੀ ਸੀ ਕੱਲ, ਤੇ 16 ਦੀ ਅੱਧੀ ਰਾਤ ਨੂੰ ਆਰਡਰ ਕੀਤੇ ਜਾਂਦੇ। ਇਹੋ ਜੀ ਕੀ ਮਜਬੂਰੀ ਸੀ? ਕੀ 4 ਦਿਨ ਪੁਰਾਣਾ DGP ਹੋਰ ਨਹੀਂ ਕੱਟ ਸਕਦਾ ਸੀ? ਕਿ ਉਹ ਤੁਹਾਡੇ ਆਖੇ ਨਹੀਂ ਲੱਗਦਾ ਸੀ? ਤੁਹਾਡੇ ਆਖੇ ਗਲਤ ਕੰਮ ਨਹੀਂ ਕਰਦਾ ਸੀ? ਕੀ ਕੁਇਡ ਪ੍ਰੋ ਕੋ ਹੋਇਆ? ਦੇਣ ਲੈਣ ਕੀ ਹੋਇਆ ਉਹਦੇ ਨਾਲ? ਦੇਣ ਲੈਣ ਪਤਾ ਹੈ, 20 ਰਾਤ ਨੂੰ, ਅੱਧੀ ਰਾਤ ਨੂੰ 12 ਵਜੇ ਪਰਚਾ ਦਰਜ ਕਰ ਦਿੱਤਾ ਜਾਂਦਾ। ਇਹ ਦੇਣ ਲੈਣ ਹੋਇਆ? ਤੇ ਪਰਚਾ ਦਰਜ ਕਿਹਦੇ ਤੋਂ ਕਰਾਇਆ ਜਾਂਦਾ ਹੈ? ਜਦੋਂ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਇੱਕ ADGP ਲੈਵਲ ਦੇ ਅਫਸਰ ਨੇ ਜਵਾਬ ਦੇਤਾ ਲਿਖਤੀ, ਤੇ ਉਹਦੇ ਸਬਆਰਡੀਨੇਟ ਤੋਂ, ਇੱਕ IG ਤੋਂ ਆਰਡਰ ਕਰਾ ਕੇ ਪਰਚਾ ਦਰਜ ਕਰਾਇਆ ਜਾਂਦਾ ਹੈ, ਗੌਤਮ ਚੀਮੇ ਤੋਂ। ਤੇ ਗੌਤਮ ਚੀਮੇ ਦਾ ਇਤਿਹਾਸ ਮੈਂ ਤੁਹਾਨੂੰ ਦੱਸ ਹੀ ਦਿੱਤਾ। ਜਿਹੜੀਆਂ FIRਾਂ ਤੁਹਾਡੇ ਸਾਹਮਣੇ ਆ ਅੱਜ ਐਗਜ਼ਿਸਟ ਕਰਦੀਆਂ, ਇਹ ਤਾਂ ਹੈ ਨਹੀਂ ਕਿ ਇਹ ਕਿਤੇ ਚਲੀਆਂ ਗਈਆਂ। ਉਵੇਂ ਹੀ ਥਾਣੇ ਆ, ਉਵੇਂ ਹੀ ਇਨਕੁਆਇਰੀਆਂ ਚੱਲ ਰਹੀਆਂ। ਜੇ ਐਡਾ ਦੁੱਧ ਧੋਤਾ ਅਫਸਰ ਹੈ ਜਾਂ ਸਿਆਣਾ ਹੈ ਤੇ ਬਾਕੀ ਦੇ ADGP ਬਣ ਗਏ, ਤੇ ਇੱਥੇ IG ਕਿਉਂ ਤੁਰਿਆ ਫਿਰਦਾ? ਇਸ ਗੱਲ ਦਾ ਵੀ ਪਤਾ ਲੱਗੇ ਨਾ। ਸੋ ਇਹ ਸਾਰੀਆਂ ਗੱਲਾਂ ਕਾਨੂੰਨ ਛਿੱਕੇ ਟੰਗ ਕੇ ਜਿਹੜੀਆਂ ਕੀਤੀਆਂ ਗਈਆਂ, ਪੰਜਾਬ ਦੇ ਲੋਕ, ਪੰਜਾਬ ਦਾ ਨੌਜਵਾਨ ਚੁੱਪ ਨਹੀਂ ਬੈਠੂਗਾ। ਜੇ ਸੋਚਣ ਸਰਕਾਰ ਨਾਲ ਡਟਵੀਂ ਲੜਾਈ ਲੜਾਂਗੇ, ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇਵਾਂਗੇ। ਪਰਸੋਂ ਹਰ ਜ਼ਿਲ੍ਹਾ ਹੈੱਡਕੁਆਰਟਰ ਤੇ SSPਆਂ ਦਾ ਘਰਾਓ ਕੀਤਾ ਜਾ ਰਿਹਾ, SSPਆਂ ਦੇ ਦਫ਼ਤਰਾਂ ਦਾ, ਤੇ ਇਸ ਲੜਾਈ ਨੂੰ ਤੇਜ਼ ਕਰਾਂਗੇ। ਜਿਹੜਾ ਇਹ ਪੰਗਾ ਲੈ ਲਿਆ ਇਹਨਾਂ ਨੇ, ਮੈਂ ਕੱਲ ਉਹ ਚੱਦੂ ਮਾਜਰਾ ਸਾਹਿਬ ਵਾਲੀ ਗੱਲ ਹੀ ਦੁਬਾਰਾ ਕਹੂੰਗਾ, ਬੋਕ ਦੇ ਸਿੰਘਾਂ ਨੂੰ ਹੱਥ ਪਾ ਕੇ ਪੁੱਠਾ ਪੰਗਾ ਲੈ ਲਿਆ। ਉਹ ਤਾਂ ਜੱਟੀਏ ਕਹਿੰਦਾ ਨਾ, ਮੈਂ ਕਹਿੰਦਾ ਸੁਖੀਏ। ਇਹ ਪੰਗਾ ਤੁਸੀਂ ਲੈ ਲਿਆ। ਦਿਸ ਇਜ਼ ਨਾਟ ਰਾਈਟ, ਦਿਸ ਇਜ਼ ਨਾਟ ਪੋਲਿਟਿਕਸ। ਤੁਸੀਂ ਨੀਵੇਂ ਪੱਧਰ ਦੀ ਰਾਜਨੀਤੀ ਕਰ ਰਹੇ ਹੋ, ਤੁਹਾਨੂੰ ਇਸ ਗੱਲ ਦਾ ਖਮਿਆਜ਼ਾ ਭੁਗਤਣਾ ਪਊਗਾ। ਮੈਂ ਤਾਂ ਫੈਕਟਸ ਲੋਕਾਂ ਦੇ ਸਾਹਮਣੇ ਰੱਖੇ ਆ ਕਿ ਪਿਕ ਐਂਡ ਚੂਜ਼ ਕੀਤਾ ਜਾ ਰਿਹਾ। ਰਿਪੋਰਟਾਂ ਜਿਹੜੀਆਂ ਇਹਨਾਂ ਨੂੰ ਸੂਟ ਨਹੀਂ ਕਰਦੀਆਂ ਉਹ ਲੋਕਾਂ ਦੇ ਸਾਹਮਣੇ ਨਹੀਂ ਰੱਖੀਆਂ ਜਾ ਰਹੀਆਂ, ਜਿਹੜੀਆਂ ਉਸ ਰਿਪੋਰਟ ਨੂੰ ਸੁਪਰਸੀਡ ਕਰਦੀਆਂ।
ਤੇ ਇਨਵੈਸਟੀਗੇਸ਼ਨ ਆਰਡਰ ਕੀਤੀ ਜਾਂਦੀ ਹੈ ਬਿਨਾਂ ਕੋਰਟ ਤੋਂ ਪਰਮਿਸ਼ਨ ਲਿੱਤਿਆਂ। ਇਹਨਾਂ ਗੱਲਾਂ ਦਾ ਲੋਕ ਜਵਾਬ ਮੰਗਦੇ ਆ ਤੇ ਜਵਾਬ ਲੋਕ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਮੂੰਹ ਤੋੜਮਾ ਦੇਣਗੇ। ਅੱਜ ਸਾਰਾ ਪੰਜਾਬ ਇਸ ਸਰਕਾਰ ਦੇ ਮੂੰਹ ਤੇ ਥੂ ਥੂ ਕਰ ਰਿਹਾ ਕਿ ਇਦੋਂ ਮਾੜਾ, ਇਦੋਂ ਘਟੀਆ, ਇਦੋਂ ਗਿਰਿਆ ਹੋਇਆ ਕੰਮ ਨਹੀਂ ਇਹ ਕਰ ਸਕਦੇ ਸੀ। ਡੀਜੀਪੀ ਮੈਨੂੰ ਤਾਂ ਲੱਗਦਾ ਮੁਨਸ਼ੀ ਬਣ ਗਿਆ ਜੀ। ਤੁਸੀਂ ਮੈਨੂੰ ਦਿਖਾਓ ਕਿੰਨੇ ਕੇਸਾਂ 'ਚ ਯਾਰ ਇਹ ਲਿਖਿਆ ਜਾਂਦਾ ਕਿ ਡੀਜੀਪੀ ਡਾਇਰੈਕਟਸ ਯੂ ਟੂ ਰਜਿਸਟਰ FIR। ਇਹ ਸਰਕਾਰ ਦਿਖਾ ਦੇ ਯਾਰ। ਇਹਨਾਂ ਨੂੰ ਵੀ 4 ਮਹੀਨੇ ਹੋ ਗਏ ਹੁਣ, ਤਾਂ ਦਿਖਾਉਣ ਕਿੰਨੇ ਕੇਸਾਂ 'ਚ ਇਹਨਾਂ ਨੇ ਡੀਜੀਪੀ ਤੋਂ FIR ਰਜਿਸਟਰ ਕਰਾਈ ਹੈ। ਉਹ ਵੀ ਡੀਜੀਪੀ ਜਿਹਨੂੰ ਇਲੀਗਲੀ ਲਾਇਆ ਹੋਵੇ। ਸਾਰਾ ਕੁਝ ਹੀ ਸ਼ੱਕ ਦੇ ਘੇਰੇ 'ਚ। नहीं बंटी जी इतने आपने फैक्ट रख दिए और आप कह रहे हैं सारे पब्लिक डोमेन में, क्योंकि कई ऐसे डॉक्यूमेंट लीक हो चुके हैं, जैसे अस्थाना साहब की चिट्ठी थी वो लीक हो गई, मीडिया में पहले ही आ गई सब कुछ जी, जो इंटरनल डॉक्यूमेंट। तो ये सब बातें लेके आप कोर्ट में क्यों नहीं जा रहे? एंटीसिपेटरी बेल के लिए क्यों नहीं आप अप्लाई कर रहे? आज लुकआउट नोटिस भी जारी हो गया है, इस पर मतलब ਯਾਰ ਲੁੱਕਆਊਟ ਨੋਟਿਸ ਨੂੰ ਉਹ ਮੈਨੂੰ ਤਾਂ ਪਤਾ ਲੱਗਿਆ ਮਜੀਠੇ ਹਲਕੇ 'ਚ ਫਿਰਦੇ ਆ। ਲੁੱਕਆਊਟ ਕਿੱਥੇ ਕਰਨਾ ਹੈ ਜਾ ਕੇ? ਐਂਡ ਹੀ ਇਜ਼ ਐਨ ਇੰਡੀਵਿਜੂਅਲ ਯਾਰ, ਹੀ ਹੈਜ਼ ਹਿਜ਼ ਰਾਈਟਸ। ਵਕੀਲ ਸਾਡੇ ਸਿਆਣੇ ਆ। ਮੈਨੂੰ ਤਾਂ ਪੋਲੀਟੀਕਲੀ ਮੈਂ ਗੱਲ ਕਰ ਸਕਦਾ ਜਾਂ ਪੋਲੀਟੀਕਲੀ ਗੱਲ ਕਰਨ ਦੇ ਨਾਲ ਤੁਹਾਨੂੰ ਕਾਗਜ਼ਾਂ ਨਾਲ ਫੈਕਟਸ ਸਾਹਮਣੇ ਰੱਖੇ ਆ। ਬੇਲ 'ਚ ਕਦੋਂ ਜਾਣਾ ਹੈ, ਜਾਣਾ ਵੀ ਹੈ ਕਿ ਨਹੀਂ ਜਾਣਾ, ਇਹ ਵਕੀਲ ਫੈਸਲਾ ਕਰ ਲੈਣਗੇ ਜਾਂ ਐਜ਼ ਐਨ ਇੰਡੀਵਿਜੂਅਲ ਹੀ ਕੈਨ ਟੇਕ ਅ ਕਾਲ। ਖਬਰਾਂ ਤੇ ਆ ਰਹੀਆਂ ਜੀ ਕਿ ਰੇਡ ਕੀਤੀ ਜਾ ਰਹੀ ਕਈ ਥਾਵਾਂ ਤੇ। ਖਬਰਾਂ ਮੈਂ ਇੱਕੋ ਚੈਨਲ ਤੇ ਹੀ ਦੇਖੀਆਂ ਜੀ, ਪਰ ਮੈਨੂੰ ਗਰਾਊਂਡ ਤੇ ਕੁਝ ਨਹੀਂ ਦਿਖਿਆ ਅਜੇ। ਬਾਂਟੀ ਜੀ ਹਰਪ੍ਰੀਤ ਸਿੱਧੂ ਬਾਰੇ ਵਿਕਰਮ ਸਿੰਘ ਮਜੀਠੀਆ ਉਹਨਾਂ ਨੇ ਵੀ ਇੱਥੇ ਪ੍ਰੈਸ ਕਾਨਫਰੰਸ ਕੀਤੀ ਸੀ ਕੁਝ ਸਾਲ ਪਹਿਲਾਂ। ਉਹਨਾਂ ਦਾ ਕਹਿਣਾ ਸੀ ਕਿ ਉਹ ਮੇਰੇ ਨਜ਼ਦੀਕੀ ਰਿਸ਼ਤੇਦਾਰ ਨੇ ਤੇ ਇਹਨਾਂ ਨੂੰ ਇਖਲਾਕੀ ਤੌਰ ਤੇ ਆਪਣੇ ਆਪ ਹੀ ਇਨਵੈਸਟੀਗੇਸ਼ਨ ਤੋਂ ਹਟ ਜਾਣਾ ਚਾਹੀਦਾ ਸੀ। ਆ ਹਰਪ੍ਰੀਤ ਸਿੰਘ ਸਿੱਧੂ ਦੇ ਆਪਦੇ ਲਫ਼ਜ਼ ਲਿਖੇ ਹੋਏ ਆ ਜੀ ਇਸ FIR ਦੇ ਨਾਲ ਜਿਹੜੀ ਉਹਦੀ ਰਿਪੋਰਟ ਅਟੈਚ ਹੋਈ ਹੈ। ਮੈਂ ਪੜ੍ਹ ਦਿੰਦਾ ਤੁਹਾਨੂੰ। For the purpose of record, it is stated, I have brothers named Arjan Singh Majeethia and Gobind Singh Majeethia. ਇਹ ਬਿਕਰਮ ਜੀ ਦੇ ਸਕੇ ਚਾਚੇ ਦੇ ਮੁੰਡੇ ਆ ਦੋਵੇਂ। Son of late Shrimati Jasjeet Kaur, my maternal aunt, ਮੇਰੀ ਮਾਸੀ, who are related to Bikram Singh Majeethia. My Masi Jasjeet Kaur passed away in 87 and we have had no contact with her family for the last about 14 years. 14 ਸਾਲ ਤੋਂ ਇਸ ਪਰਿਵਾਰ ਨਾਲ ਇੰਨੀ ਨਜ਼ਦੀਕੀ ਰਿਸ਼ਤੇਦਾਰੀ ਹੋਣ ਦੇ ਨਾਤੇ ਹੋਣ ਦੇ ਬਾਵਜੂਦ ਕੋਈ ਕੰਟੈਕਟ ਨਾ ਹੋਵੇ ਤੇ ਤੁਸੀਂ ਸਮਝ ਸਕਦੇ ਹੋ ਕਿਹੋ ਜਿਹੀ ਰਿਲੇਸ਼ਨਸ਼ਿਪ ਹੋਊਗੀ। ਯਾਰ ਮੇਰਾ ਬਸ ਚੱਲਦਾ ਤਾਂ ਮੈਂ ਉਹ ਵੀ ਨਾ ਹੋਣ ਦਿੰਦਾ AJ ਅਫਸਰ ਦੀ। ਮੈਨੂੰ ਇਹ ਨਹੀਂ ਪਤਾ IG ਕਦੋਂ ਬਣਿਆ ਵੀਰ, ਪਰ ਉਹਨਾਂ ਦੇ ਨਾਲ ਦੇ ADGP ਬਣ ਗਏ ਯਾਰ। ਸਾਰੇ ਉਹਦੇ ਬੈਚਮੇਟਸ ADGP ਹੈ। ਉਹ ਕੱਲਾ ਬੰਦਾ ਕਿਉਂ ਪਿੱਛੇ ਰਹਿ ਗਿਆ? ਕਿਉਂਕਿ ਇੱਕ CBI ਕੇਸ ਚੱਲ ਰਿਹਾ, ਇੱਕ ਇਨਕੁਆਇਰੀ ਪੰਜਾਬ ਪੁਲਿਸ ਕੋਲ ਹੈ। ਪੰਜਾਬ ਪੁਲਿਸ ਦੀ ਇਨਕੁਆਇਰੀ ਦਾ ਦੇਣ ਲੈਣ ਹੋਇਆ ਕਿ ਤੈਨੂੰ ਬਰੀ ਕਰਾਂਗੇ, ਤੈਨੂੰ ਪ੍ਰਮੋਟ ਕਰਾਂਗੇ, ਹੋਰ ਪਤਾ ਨਹੀਂ ਕੀ ਕੁਝ ਹੋਇਆ। ਤਾਂ ਹੀ ਇਹ ਕੰਮ ਹੋਇਆ ਨਾ ਯਾਰ। ਮੇਰਾ ਬੌਸ, ਮੇਰੀ ਮਹਿਕਮੇ 'ਚ ਮੇਰਾ ਬੌਸ ਹੋਵੇ, ਉਹ ਲਿਖਤੀ ਕਿਸੇ ਚੀਜ਼ ਨੂੰ ਮਨਾ ਕਰ ਦੇ, ਮੈਂ ਕਿਵੇਂ ਉਹ ਕੰਮ ਕਰੂੰਗਾ ਜਿੰਨਾ ਚਿਰ ਮੇਰਾ ਕੋਈ ਗਲਤ ਮੰਤਵ ਨਹੀਂ ਹੈ ਉਹਦੇ ਵਿੱਚ। ਐਂਡ ਧਾਰਾ ਮੈਂ ਤੁਹਾਨੂੰ ਪੜ੍ਹ ਕੇ ਸੁਣਾਤੀ, ਕੋਈ ਨਿੱਕੀ ਮੋਟੀ ਧਾਰਾ ਨਹੀਂ ਹੈ ਯਾਰ। ਅੱਧੀ CRPC ਚੇਪੀ ਵੀ ਆ ਉਹਨਾਂ FIRs ਦੇ ਵਿੱਚ। ਇਹੋ ਜਿਹੇ ਅਫਸਰਾਂ ਤੋਂ ਕੰਮ ਕਰਾ ਰਿਹਾ ਇਹ। ਐਬਸੋਲਿਊਟਲੀ ਜੀ, ਮੈਂ ਤਾਂ ਤੁਹਾਨੂੰ ਕਹਿ ਰਿਹਾ ਯਾਰ, ਨੋਟੋਰੀਅਸ ਕੈਰੈਕਟਰਸ ਹੈ। DGP ਦਾ MLA ਕਹਿ ਰਿਹਾ, ਕਾਂਗਰਸ ਦਾ ਰੂਲਿੰਗ ਪਾਰਟੀ ਦਾ MLA ਕਹਿ ਰਿਹਾ। ਜੇ ਉਹ ਗਲਤ ਕਹਿ ਰਿਹਾ ਯਾਰ, ਉਹਦੇ ਤੇ ਐਕਸ਼ਨ ਲੈ ਦਿਓ। He has very clearly stated that the DGP is roaming about with gangsters and ਮੇਰੀ ਲਾਈਫ ਨੂੰ DGP ਤੋਂ ਥ੍ਰੈਟ ਹੈ। DGP ਦੀ ਜ਼ਿੰਮੇਵਾਰੀ ਤਾਂ ਆਮ ਨਾਗਰਿਕ ਦੀ ਲਾਈਫ ਪ੍ਰੋਟੈਕਟ ਕਰਨ ਦੀ ਹੈ ਤੇ MLA ਨੂੰ ਖਤਰਾ ਹੋਇਆ ਖੜਾ, ਆਮ ਬੰਦਾ ਕੀ ਕਰੂਗਾ? ਲਾਅ ਐਂਡ ਇੱਕ ਤੀਜੀ ਗੱਲ ਸਰ, ਲਾਅ ਐਂਡ ਆਰਡਰ ਸਿਚੁਏਸ਼ਨ ਪੰਜਾਬ 'ਚ ਕਿੱਥੇ ਜਾ ਰਹੀ ਹੈ? ਹਰ ਰੋਜ਼ ਦੁਖਦਾਈ ਘਟਨਾਵਾਂ ਹੋ ਰਹੀਆਂ। ਜਸਟ ਅ ਸੈਕਿੰਡ ਜੀ, ਮੈਂ ਉਸੇ ਤੇ ਆ ਰਿਹਾ। ਹਰ ਰੋਜ਼ ਦੁਖਦਾਈ ਘਟਨਾਵਾਂ ਹੋ ਰਹੀਆਂ। ਇੰਟਾਇਰ ਸਟੇਟ ਦੀ ਮਾਈਟ, ਇੰਟਾਇਰ ਸਟੇਟ ਦਾ ਫੋਕਸ ਪਿਛਲੇ 1 ਮਹੀਨੇ ਤੋਂ 8-8 ਘੰਟੇ ਇੱਥੇ 82 ਬਟਾਲੀਅਨ 'ਚ ਮੀਟਿੰਗਾਂ ਹੁੰਦੀਆਂ ਸੀ। ਸੁੱਖੀ ਰੰਧਾਵੇ ਦੇ ਘਰੇ ਮੀਟਿੰਗਾਂ ਹੁੰਦੀਆਂ ਸੀ, ਮੁੱਖ ਮੰਤਰੀ ਦੇ ਘਰੇ ਮੀਟਿੰਗਾਂ ਹੁੰਦੀਆਂ ਸੀ। ਲਾ DGP ਤੋਂ ਲੈ ਕੇ ਥੱਲੇ ਤਾਈਂ ਪੁਲਿਸ ਉੱਥੇ ਸੱਦੀ ਜਾਂਦੀ ਸੀ ਕਿ ਬਿਕਰਮ ਸਿੰਘ ਮਜੀਠੀਆ ਨੂੰ ਕਿਵੇਂ ਫਸਾਉਣਾ, ਬਾਦਲਾਂ ਨੂੰ ਕਿਵੇਂ ਫਸਾਉਣਾ। ਤੇ ਸਟੇਟ ਦੀ ਲਾਅ ਐਂਡ ਆਰਡਰ ਕਿੱਧਰ ਗਈ? ਕਿਉਂਕਿ ਫੋਕਸ ਹੀ ਹੈ ਨਹੀਂ ਉਧਰ।
ਫੋਕਸ ਤਾਂ ਪੋਲੀਟੀਕਲ ਓਪੋਨੈਂਟਸ ਨੂੰ ਫਿਕਸ ਕਰਨ ਦਾ ਇਹਨਾਂ ਦਾ। ਬੰਟੀ ਜੀ, ਸੁਰਿੰਦਰ ਸਿੰਘ ਰੰਧਾਵਾ ਕਹਿੰਦੇ ਨੇ ਕਿ ਅਕਾਲੀ ਦਲ ਕਹਿੰਦਾ ਹੈ ਕਿ ਅਸੀਂ ਕੁਰਬਾਨੀਆਂ ਦਿੱਤੀਆਂ, ਅਸੀਂ ਪਰਚਿਆਂ ਤੋਂ ਨਹੀਂ ਡਰਦੇ, ਫਿਰ ਕਿਉਂ ਬਚਾਇਆ ਜਾ ਰਿਹਾ ਵਿਕਰਮ ਮਜੀਠੀਆ ਨੂੰ? ਯਾਰ ਬਚਾਇਆ ਕਿਉਂ? ਕਮਾਲ ਹੈ ਕਿੱਥੋਂ ਦਾ, ਮੈਂ ਤਾਂ ਹੈਰਾਨ ਆ। ਮੈਨੂੰ ਲੱਗਦਾ ਡਾਇਲ ਉਹਦੇ ਵੀ ਹਿੱਲ ਗਏ। ਜੇ ਕੋਈ ਮੇਰੇ ਸੱਜਣ ਭਰਾ ਭੈਣ ਭਰਾ ਤੇ ਕਿਸੇ ਤੇ ਕੋਈ ਗਲਤ ਮੁਕੱਦਮਾ ਆਊਗਾ ਤੇ ਉਹਨੂੰ ਬਚਾਵਾਂਗੇ ਨਹੀਂ? ਤੇ ਉਹਨੂੰ ਕਹਾਂ ਉੱਥੇ ਮੈਂ ਤਾਂ ਕਹੀ ਜਾਂਦਾ ਯਾਰ ਜਾ ਕੇ ਫੜ ਲਓ ਫਿਰ। ਮਜੀਠੀਆ ਸਾਹਿਬ ਪ੍ਰੈਸ ਦੇ ਸਾਹਮਣੇ ਕਦੇ ਆ ਕੇ ਗੱਲ ਕਰਨਗੇ ਆਉਣ ਵਾਲੇ ਦਿਨਾਂ 'ਚ, ਕਿਉਂਕਿ ਦੇਖ ਰਹੇ ਕਿ ਜਦੋਂ ਆ ਜਾਣਗੇ ਵੀਰ, ਆ ਜਾਣਗੇ। ਇਹ ਦੱਸੋ ਵੀ ਕਿਸਾਨ ਅੱਜ ਰੇਲਾਂ ਰੋਕ ਰਹੇ ਨੇ, ਡਿਪਟੀ ਕਮਿਸ਼ਨਰ ਦਫ਼ਤਰਾਂ ਦਾ ਘਿਰਾਓ ਹੋ ਰਿਹਾ ਹੈਗਾ ਪੰਜਾਬ। ਉਹ ਕਹਿੰਦੇ ਨੇ ਕਿ ਪੰਜਾਬ ਦੀਆਂ ਜਿਹੜੀਆਂ ਲਟਕਦੀਆਂ ਮੰਗਾਂ ਹੈਗੀਆਂ ਕੱਲ ਨੂੰ ਮੁੱਖ ਮੰਤਰੀ ਨੇ ਮੀਟਿੰਗ ਬੁਲਾਈ ਹੈ ਜੀ ਉਹਨਾਂ ਦੀ, ਮੁੱਖ ਮੰਤਰੀ ਮੀਟਿੰਗ ਕਰਨ ਵਾਲੇ ਹੈਗੇ ਨੇ। ਕਿਸਾਨ ਕਹਿੰਦੇ ਨੇ ਕਰਜ਼ਾ ਮਾਫ ਕਰੋ। ਬ੍ਰਦਰ, ਇਹਨਾਂ ਸਾਰੀਆਂ ਗੱਲਾਂ ਤੋਂ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਕੀਤਾ ਜਾ ਰਿਹਾ। ਲੋਕ ਹੁਣ ਸਵਾਲ ਇਹੀ ਪੁੱਛ ਰਹੇ ਕਿ ਜਿਹੜੇ ਤੁਸੀਂ ਵਾਅਦੇ ਕੀਤੇ ਸੀ ਸਰਕਾਰ ਬਣਾਉਣ ਸਮੇਂ, ਉਹਨਾਂ ਦਾ ਲੇਖਾ ਜੋਖਾ ਕਰੋ। ਠੀਕ ਹੈ ਨਾ? ਉਹ ਕਹਿੰਦੇ ਆ ਕਿ ਸਾਨੂੰ, ਉਹ ਗੱਲ ਫਿਜ਼ਿਕਸ ਦੀ ਕਰਦੇ ਆ, ਮੈਥਸ ਪੜਾਉਣ ਲੱਗ ਜਾਂਦੇ ਆ। ਉਹ ਗੱਲ ਮੰਗਾਂ ਦੀ ਕਰ ਰਹੇ ਆ, ਜਿਹੜੇ ਵਾਅਦੇ ਕੀਤੇ ਕਹਿੰਦੇ ਅਸੀਂ ਝੂਠੇ ਪਰਚੇ ਕਰ ਰਹੇ ਆ। ਸੋ ਲੋਕਾਂ ਦਾ ਧਿਆਨ ਨਹੀਂ ਭਟਕਾਇਆ ਜਾ ਸਕਦਾ। ਬੰਟੀ ਜੀ, ਇੱਕ ਐਮਐਲਏ ਕਹਿੰਦਾ ਮੈਨੂੰ ਡੀਜੀਪੀ ਤੋਂ ਜਾਨ ਨੂੰ ਖਤਰਾ ਹੈ, ਇੱਕ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਅਟੈਕ ਹੋ ਜਾਂਦਾ ਹੈ, ਸ਼ਹਿਰ ਦੇ ਬਿਲਕੁਲ ਨੇੜੇ, ਥਾਣਾ ਵੀ ਨੇੜੇ ਹੈ। ਕਿਸ ਤਰ੍ਹਾਂ ਦੇ ਹਾਲਾਤ ਫਿਰ? ਬ੍ਰਦਰ, ਤੁਸੀਂ, ਮੈਂ ਤਾਂ ਤੁਹਾਨੂੰ ਕਹਿ ਰਿਹਾ, ਮੈਂ ਧੰਨਵਾਦੀ ਹਾਂ ਤੁਸੀਂ ਸਾਰੇ ਵੀ ਇਹ ਚੀਜ਼ਾਂ ਨੂੰ ਹਾਈਲਾਈਟ ਕਰ ਰਹੇ ਹੋ। ਮੈਂ ਉਹੀ ਕਹਿ ਰਿਹਾ, ਕਾਂਗਰਸ ਦਾ ਐਮਐਲਏ, ਇਹਨਾਂ ਦਾ ਰੂਲਿੰਗ ਪਾਰਟੀ ਦਾ ਐਮਐਲਏ ਕਹਿ ਰਿਹਾ ਹੈ ਕਿ ਸਾਡੀ ਸਰਕਾਰ ਵੱਲੋਂ ਲਾਏ ਡੀਜੀਪੀ ਤੋਂ ਮੈਨੂੰ ਥ੍ਰੈਟ ਹੈ, ਮੇਰੀ ਲਾਈਫ ਨੂੰ ਥ੍ਰੈਟ ਹੈ। ਫਿਰ ਸੇਫ ਕੌਣ ਹੈ ਯਾਰ ਇੱਥੇ? Who is safe then? If an MLA of the ruling party is not safe, who is safe then? ਆਪ ਦੇ ਐਮਐਲਏ ਤੇ ਅਟੈਕ ਹੋਇਆ। ਆਪ ਦੇ ਐਮਐਲਏ ਤੇ ਅਟੈਕ ਹੋਇਆ। ਰੋਜ਼ ਇੱਥੇ ਘਟਨਾਵਾਂ ਕੀ ਕੁਝ ਹੋ ਰਿਹਾ ਹੈ? ਜ਼ਿੰਮੇਵਾਰ ਕੌਣ ਹੈ? ਸਰਕਾਰ ਦਾ ਧਿਆਨ ਤਾਂ ਪੋਲੀਟੀਕਲ ਓਪੋਨੈਂਟਸ ਨੂੰ ਫਿਕਸ ਕਰਨ ਤੇ ਲੱਗਿਆ। सुखबीर जी ने कल कहा था कि जो चैलेंज दिया है पंजाब वो कांग्रेस ने, सरकार ने, हम एक्सेप्ट करते हैं। और सीनियर बादल साहब भी सामने आए, उन्होंने कहा यार मेरे को भी ले जाओ पकड़ के। तो मेरा सवाल ये है कि जब इतना ओपनली आपको पहले से ही पता था, आप लोग तो 1 महीने से यहाँ से कह रहे थे ये होना है, और वो हुआ भी वैसा। और मजीठिया साहब की जो इमेज है वो भी एक काफी दबंग, वो एक खुले मतलब राजनेता है, तो वो आखिरकार छिप क्यों रहे हैं? सामने आए, फेस करें। ਸਰ, ਛਿਪ ਬਿਲਕੁਲ ਨਹੀਂ ਰਿਹਾ ਕੋਈ। ਮੈਂ ਤਾਂ ਤੁਹਾਨੂੰ ਕਹਿ ਰਿਹਾ, ਕੌਣ ਛਿਪ ਰਿਹਾ ਜੀ? ਸਰਕਾਰ ਦੀ ਸ਼ਾਇਦ ਲੱਭਣ ਦੀ ਮਨਸ਼ਾ ਨਹੀਂ, ਜਾਂ ਕੋਈ ਫੜਨ ਦੀ ਮਨਸ਼ਾ ਨਹੀਂ, ਕਿਉਂਕਿ ਰੇਡਾਂ ਰੂਟਾਂ ਤਾਂ ਮੈਂ ਟੀਵੀ ਤੇ ਹੀ ਦੇਖ ਰਿਹਾ, ਅਜੇ ਤਾਈਂ ਤਾਂ ਕਿਤੇ ਨਹੀਂ ਕੋਈ ਹੋਈ। Party is very clear, ji, that it is a very clear and blatant case of political vendetta. We will face it. We will go to the people. We have a right to legal recourse. We will take that as well. And we will take this fight to the people and give a befitting reply to the ruling Congress. Absolutely, yes. Day after tomorrow, we are... मैं भाई जी जरूर दूंगा इस बार. Day after tomorrow, we've kept a crowd of all SSP offices in all districts. After that, how to intensify this agitation, our core committee is meeting tomorrow. They will take a decision. हाँ जी भाई जी, हाँ जी. मैं बिल्कुल गलत कर रहे ਜਿਹੜੇ ਵੇਖੋ, ਇੱਕ ਤਾਂ ਜਿਹੜਾ ਪਹਿਲਾ ਦੂਜਾ ਸਵਾਲ ਆ ਉਹਦਾ ਪਹਿਲਾਂ ਜਵਾਬ ਦੇ ਦਿਆਂ। ਐਕਸ਼ਨਸ ਵਿਲ ਸਪੀਕ ਲਾਊਡਰ ਦੈਨ ਵਰਡਸ। ਸਮਾਂ ਆਊਗਾ, ਦੱਸ ਦਿਆਂਗੇ ਕਿਵੇਂ ਕੰਡੇ ਚੁਗੀਦੇ ਆ, ਉਹ ਵੀ ਸਿਖਾ ਦਿਆਂਗੇ ਇਹਨਾਂ ਨੂੰ। ਦੂਜੀ ਗੱਲ ਤੁਸੀਂ ਪੁੱਛੀ ਜਿਹੜੀ, ਮੈਂ ਇਸੇ ਕਰਕੇ ਕਿਹਾ ਸੀ ਜੀ ਕਿ ਰਾਜਨੀਤੀ ਦਾ ਪੱਧਰ ਬਹੁਤ ਨੀਵਾਂ ਹੋ ਗਿਆ। ਮਿਆਰ ਤੋਂ ਡਿੱਗੀ ਹੋਈ ਰਾਜਨੀਤੀ ਕਾਂਗਰਸ ਪਾਰਟੀ ਕਰ ਰਹੀ ਹੈ ਕਿ ਇਸ ਨੀਵੇਂ ਪੱਧਰ ਤੇ ਜਾ ਕੇ ਇਹੋ ਜਿਹੇ ਝੂਠੇ ਕੇਸਾਂ 'ਚ ਫਸਾਇਆ ਜਾ ਰਿਹਾ। ਈਗੋ ਨੂੰ ਸੈਟੀਸਫਾਈ ਕੀਤਾ ਜਾ ਰਿਹਾ ਹੈਗਾ। ਈਗੋ ਨੂੰ, ਹਉਮੈ ਨੂੰ, ਹੰਕਾਰ ਨੂੰ, ਜਿਹੜੇ ਬੰਦਿਆਂ ਨੂੰ ਉਮੀਦ ਨਹੀਂ ਸੀ ਇੱਥੋਂ ਤੱਕ ਪਹੁੰਚ ਜਾਣਗੇ, ਅੱਜ ਉਹਨਾਂ ਦਾ ਹੰਕਾਰ ਵੱਡੇ ਹੋ ਗਏ ਆ। ਕੋਈ ਨਹੀਂ, ਪ੍ਰਮਾਤਮਾ ਬਹੁਤ ਬਲਵਾਨ ਹੈ। ਜੋਤ ਸਿੰਘ ਸਿੱਧੂ ਕਹਿ ਰਿਹਾ ਹੈ ਕਿ
ਅੱਜ ਪਤਾ ਲੱਗ ਗਿਆ ਕਿ ਮੈਂ ਅਸਤੀਫਾ ਕਿਉਂ ਦਿੱਤਾ ਸੀ, ਕਾਰਵਾਈ ਹੋ ਗਈ ਨਾ। ਕੀ ਕਾਰਵਾਈ ਹੋ ਗਈ ਯਾਰ? ਝੂਠਾ ਪਰਚਾ ਇੱਕ ਬੰਦੇ ਤੇ ਕਰਕੇ ਨਵਜੋਤ ਸਿੰਘ ਸਿੱਧੂ ਸੈਟੀਸਫਾਈ ਹੋ ਗਿਆ? ਇੰਨੀ ਕੋਦੀ ਮਤਲਬ ਸੈਟੀਸਫੈਕਸ਼ਨ ਦਾ ਲੈਵਲ ਹੈ? ਸ਼ੇਮ ਔਨ ਹਿਮ। ਇੱਥੇ ਹੀ ਕਰਨਾ ਨਹੀਂ। ਤੈਨੂੰ ਮਾਰਾ ਤਾਂ ਮੈਂ ਨਹੀਂ ਆਇਆ ਕਿਉਂਕਿ ਉਹ ਬੱਚੇ ਨੂੰ ਲੈ ਕੇ ਇਸ ਤਰ੍ਹਾਂ ਦੀਆਂ ਵੀ ਚਿੰਤਾਵਾਂ ਨੇ ਕਿ ਕਿਤੇ ਉਹ ਮਨ देखो ये सारा कुछ जेड़ा जो सब कुछ ये कर रहे हैं, ये सब जो ये घटनाएं सारे सूबे में हो रही हैं उनसे ध्यान भटकाने के लिए, लोगों का ध्यान ताकि बेसिक इश्यूज की तरफ ना जाए, इसलिए ऐसे काम सरकार की तरफ से किए जा रहे हैं। तो अब वो लोग डिमांड कर रहे हैं कि लिंचिंग का केस भी होना चाहिए, जिन्होंने मारा उन पे भी होना चाहिए, तो आपको क्या लगता है कि क्या करना चाहिए? देखो जथेदार श्री अकाल तख्त साहब ने बड़ी क्लियर स्टेटमेंट दी है जी, साडे बड़ी क्लियर स्टेटमेंट जथेदार श्री अकाल तख्त साहब ने दी है इस पे। जो सिखों की भावनाओं से खिलवाड़ करेगा या हमारे धार्मिक ग्रंथों की बेअदबी करने की कोशिश करेगा, उसको फिर जीने का तो कोई हक नहीं है। मैं तो ये आप बोल रहा हूँ। आज की प्रेस कॉन्फ्रेंस का निचोड़ क्या है, थोड़ा सा अगर आप बता पाए। देखो आज की आंदोलन कब से आप शुरू करने आज की प्रेस कॉन्फ्रेंस का जो मुख्य मुद्दा था, कुछ फैक्ट्स जो सरकार ने कंसील कर रखे थे, जो सरकार लोगों के सामने नहीं रख रही थी, पिक एंड चूज करके जो फैक्ट्स लोगों के सामने रखे हैं, वो लोगों के सामने मैं सारे तथ्य लेके आया था कि किस तरह एक ऐसे इंसान हरप्रीत सिद्धू की रिपोर्ट को आधार बना के एक झूठा पर्चा दर्ज किया जा रहा है। वो इंसान जिसकी मजीठिया परिवार के साथ नजदीकी रिश्तेदारी है, बट रिश्ते बहुत तनावपूर्ण हैं, उसने खुद अपनी रिपोर्ट में माना है कि 14 साल से हम एक दूसरे के साथ हमने बात भी नहीं की। उसकी रिपोर्ट को आधार बना के ये झूठा पर्चा दर्ज किया है। उसके अलावा उसकी रिपोर्ट को सुपरसीड करते हुए सरकार की तरफ से डीजीपी और होम सेक्रेटरी की एक कमेटी बनाई गई थी, जो हाई कोर्ट के ऑर्डर्स पे बनी थी। उस कमेटी ने भी हाई कोर्ट में रिपोर्ट सबमिट की है, सरकार ने वो रिपोर्ट लोगों के सामने नहीं रखी। उसके अलावा 3 आईजीज की एसआईटी हाई कोर्ट ने बनाई थी, जिन्होंने सारे केसेस इंक्लूडिंग दिस प्रेजेंट केस रीविजिट करके री इन्वेस्टिगेट किए, 10 चलान फाइल किए, उसमें भी मजीठिया साहब का नाम नहीं आया। वो तथ्य तो लोगों के सामने नहीं रखे। वो सब रिपोर्ट से इस रिपोर्ट से ऊपर हैं, पर जो इनको सूट करता था उतना पोर्शन निकाल के एफआईआर दर्ज कर दी। क्या करेंगे आप, सड़कों पे उतरेंगे? बिल्कुल जी, मैं वही बता रहा हूं, राजनीतिक लड़ाई भी लड़ेंगे, कानूनी लड़ाई भी लड़ेंगे। परसों सारे एसएसपीज के दफ्तर का घेराव है। थैंक यू।